ਦਾ ਸਵੇਰ ਦੇ अर्ਲੀ ਮਾਰਨਿੰਗ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ 12 ਵਜੇ ਤੋਂ ਬਾਅਦ 3-4 ਦਿਨ ਦਰਮਿਆਨੀ ਰਾਤ ਦੇ ਵਿੱਚ ਵੀ KS ਬਰਾੜ ਨੂੰ ਇਹ ਸੀ ਜਨਰਲ ਬਰਾੜ ਨੂੰ ਅੱਧੇ ਘੰਟੇ ਦੀ ਖੇਡ ਹੈ ਵੀ ਜਦੋਂ ਸਾਡੀ ਫੌਜ ਜਾਊਗੀ ਆਲੇ ਦੁਆਲੇ ਤੇ ਇਹ ਸਾਰੇ ਬੰਦੇ ਜਦੋਂ ਗੜਗੜ ਹੋਈ ਇਹਨਾਂ ਦੀ ਟੈਂਕਾਂ ਦੀ ਤੇ ਇਹ ਸਾਰੇ ਬੰਦੇ ਚੂਹਿਆਂ ਨੂੰ ਆਪਦੇ ਖੁੱਡਾਂ 'ਚੋਂ ਬਾਹਰ ਆ ਜਾਣਗੇ। ਤੇ ਇਸ ਕਿਸਮ ਦੀਆਂ ਉਹਦਾ ਸੀਗਾ ਸਾਰਾ ਵੀ ਆਪਦੀ ਬਿੱਲ 'ਚੋਂ ਇਹ ਚੂਹਾ ਬਾਹਰ ਤੇ ਇਸ ਕਿਸਮ ਦਾ ਬਾਹਰ ਆ ਜਾਣਗੇ ਤੇ ਉਹ ਬਾਹਰ ਆਏ ਨਹੀਂ ਜੀ। ਇੱਥੇ ਇਹ ਵੀ ਆਉਂਦਾ ਵੀ ਸੰਤ ਨੂੰ ਕਿਸੇ ਨੇ ਕਿਹਾ ਆ ਕੇ ਕੁਝ ਬੰਦਿਆਂ ਨੇ ਵੀ ਤੂੰ ਖਾਲਿਸਤਾਨ ਅਨਾਉਂਸ ਕਰ। ਸੰਤ ਕਹਿੰਦਾ ਵੀ ਇਹ ਤੁਸੀਂ ਜਾ ਕੇ ਸੰਤ ਲੌਂਗੋਵਾਲ ਤੋਂ ਕਰਵਾਓ। ਕਦੇ ਭਿੰਡਰਾਂਵਾਲੇ ਸਾਹਿਬ ਦੇ ਮੂੰਹ ਖਾਲਿਸਤਾਨ ਦਾ ਸ਼ਬਦ ਖਾਲਿਸਤਾਨ ਨਹੀਂ ਉਹਨੇ ਅੱਜ ਤੱਕ ਕਿਹਾ ਸ਼ਬਦ। ਇਹ ਤਾਂ ਅਸੀਂ ਮਗਰੋਂ ਇਹ ਅੰਦਾਜ਼ਾ ਲਾਉਣਾ ਵੀ ਉਹਨੇ ਕਿਹਾ ਸੀ ਕਿ ਜੇ ਇੱਥੇ ਦਰਬਾਰ ਸਾਹਿਬ ਤੇ ਹਮਲਾ ਕਰੋਗੇ ਫੌਜ ਕਰੂਗੀ ਤਾਂ ਇੱਥੇ ਨਹੀਂ ਰੱਖੀ ਜਾਊਗੀ। ਬਹੁਤ ਜ਼ਿਆਦਾ ਇੱਕ ਤਰ੍ਹਾਂ ਦੀ ਉੱਥੇ ਮੌਤ ਬੜਾ ਗਮਗੀਨ ਮਾਹੌਲ ਤੇ ਉਸ ਕਿਸਮ ਦਾ ਮੰਡਰਾ ਰਿਹਾ ਸੀ ਆਲੇ ਦੁਆਲੇ। ਸਭ ਚੁੱਪ ਸੀ, ਸਭ ਅੱਖਾਂ ਵਿੱਚ ਦੀ ਦੇਖ ਰਹੇ ਸੀ। ਇੱਕ ਹੋਰ ਚਰਚਾ ਜੀ, ਜੇ ਸੰਤ ਜਰਨੈਲ ਸਿੰਘ ਬਾਹਰ ਆ ਜਾਂਦੇ ਜੀ 1 ਤਰੀਕ ਨੂੰ ਦਰਬਾਰ ਸਾਹਿਬ ਤੇ ਕਹਿੰਦੇ ਕਿ ਹਮਲਾ ਨੁਕਸਾਨ ਨਾ ਹੁੰਦਾ। ਸੰਤ ਕਿਵੇਂ ਭੱਜ ਸਕਦੇ? ਫਿਰ ਸੰਤ ਹੀ ਨਹੀਂ ਸੀ ਰਹਿਣਾ। ਫਿਰ ਤਾਂ ਕੋਈ ਜਿਵੇਂ ਸੰਤ ਲੌਂਗੋਵਾਲ ਬਣ ਗਿਆ ਸੀ ਫਿਰ ਉਹ ਬਣ ਜਾਣਾ ਸੀਗਾ ਸਾਰਾ। ਇਸ ਕਰਕੇ ਉਹ ਨਹੀਂ ਸੀ ਬਾਹਰ ਆਉਣਾ। ਸੰਤ ਕਹਿਣ ਲੱਗ ਗਿਆ ਵੀ ਐਤਕੀ ਨਹੀਂ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ, ਮੋਰਚਾ ਛੱਡ ਕੇ ਨਹੀਂ ਭੱਜਾਂਗੇ ਵਿਚਾਲੇ, ਲੜ ਕੇ ਹੀ ਮਰਨਾ ਆਪਾਂ, ਸ਼ਹੀਦੀਆਂ ਹੀ ਪਾਉਣੀਆਂ। ਦਰਬਾਰ ਸਾਹਿਬ ਤੇ ਹੋ ਗਿਆ ਹਮਲਾ ਕਰ ਲਿਆ ਜੀ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, BJP ਨੇ ਪੁਸ਼ਅਪ ਕੀਤਾ, ਹਿੰਦੂ ਸ਼ਕਤੀਆਂ ਨੇ ਪੁਸ਼ਅਪ ਕੀਤਾ ਹੈਗਾ, ਦਹਿਸ਼ਤਗਰਦ ਕਹਿੰਦੇ ਰਹੇ, ਖਾਲਿਸਤਾਨ ਕਹਿੰਦੇ ਰਹੇ ਨੇ। ਦੁੱਖ ਨਿਵਾਰਨ ਪਟਿਆਲੇ, ਮਸਤੂਆਣੇ ਗੁਰਦੁਆਰੇ, ਗੰਗਾ ਨਗਰ ਗੁਰਦੁਆਰੇ, ਜਿਹੜੇ ਬਰਾਬਰ 10-12 ਗੁਰਦੁਆਰਿਆਂ 'ਤੇ ਹਮਲਾ ਹੈ, ਉਹ ਕੀ ਵਜ੍ਹਾ ਰਹੀ ਤੇ? ਇਸੇ ਕਰਕੇ ਕਹਿੰਦੇ ਆ ਵੀ ਇਹ ਟੋਟਲ ਸਿੱਖ ਕਮਿਊਨਿਟੀ ਤੇ ਹਮਲਾ ਸੀ, ਸਿੱਖ ਭਾਈਚਾਰੇ ਤੇ ਹਮਲਾ ਸੀ। ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਔਰ ਜਿਸ ਤਰ੍ਹਾਂ 1 ਜੂਨ ਨੂੰ 2 ਜੂਨ ਨੂੰ ਕੀ ਵਾਪਰਿਆ ਹੈਗਾ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਸੁਣ ਲਿਆ, ਜ਼ਬਾਨੀ ਸੁਣਿਆ ਹੈਗਾ, ਔਰ ਜਿਹੜੇ ਉਸ ਸਮੇਂ ਮੌਕੇ 'ਤੇ ਮੌਜੂਦ ਸੀ। 3 ਔਰ 4 ਜੂਨ ਨੂੰ ਕੀ ਹੋਇਆ ਇਹ ਵੀ ਜਾਣਾਂਗੇ, ਕਿਉਂਕਿ 5ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਸੀ। ਕੀ ਉਹ ਦਿਨ ਜਾਣ-ਬੁੱਝ ਕੇ ਚੁਣਿਆ ਕਿਉਂਕਿ ਬਹੁਤ ਸਾਰੇ ਸ਼ਰਧਾਲੂ ਆਏ ਸੀ, ਜਾਂ 1 ਤਰੀਕ ਨੂੰ ਜਦ ਟੈਸਟ ਫਾਇਰ ਹੁੰਦੀ ਤੇ ਕੀ ਫਿਰ ਵੀ ਸ਼ਰਧਾਲੂਆਂ ਨੂੰ ਪਤਾ ਨਹੀਂ ਲੱਗਾ ਕਿ ਉੱਥੇ ਆਰਮੀ ਪਹੁੰਚ ਚੁੱਕੀ ਆ? ਜਸਪਾਲ ਸਿੰਘ ਸਿੱਧੂ ਹੋਣਾ ਸਭ ਕੁਝ ਜਾਣਦੇ। ਸਰ, ਜਿੱਦਾਂ ਸ਼ਹੀਦੀ ਦਿਹਾੜਾ ਸੀ, 1 ਤਰੀਕ ਨੂੰ ਫਾਇਰ ਹੁੰਦੀ ਆ, 2 ਤਰੀਕ ਨੂੰ ਵੀ ਮੋਰਚਾਬੰਦੀ ਪੂਰੀ ਤਰ੍ਹਾਂ ਕੰਪਲੀਟ ਹੋ ਜਾਂਦੀ, ਇਹ ਦਿਨ ਵੀ ਤੁਹਾਨੂੰ ਲੱਗਦਾ ਕਿ ਜਾਣ-ਬੁੱਝ ਕੇ ਚੁਣਿਆ ਗਿਆ? ਮੈਂ ਬਿਲਕੁਲ ਕਹਿੰਦਾ ਵੀ ਇਹ ਜਾਣ-ਬੁੱਝ ਕੇ ਦਿਨ ਚੁਣਿਆ ਗਿਆ। ਸਭ ਨੂੰ ਪਤਾ ਸੀ ਕਿ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਬਾਹਰੋਂ ਆਏ ਹੋਏ ਲੋਕ ਸੀਗੇ ਸਾਰੇ। 3 ਤਰੀਕ ਨੂੰ ਜਦੋਂ ਅਸੀਂ ਉੱਥੇ ਜਾਂਦੇ ਹਾਂ ਦਰਬਾਰ ਸਾਹਿਬ ਦੇ ਵਿੱਚ, ਅਸੀਂ ਸੰਤ ਭਿੰਡਰਾਂਵਾਲੇ ਨੂੰ ਵੀ ਮਿਲਦੇ ਹਾਂ ਤੇ ਸੰਤ ਜਰਨੈਲ ਸੰਤ ਲੌਂਗੋਵਾਲ ਨੂੰ ਮਿਲਦੇ ਹਾਂ। ਅਸੀਂ ਸਾਰੇ ਚੱਕਰ ਵੀ ਲਾਉਣੇ ਆ ਹੋਰ ਸਾਰੇ, ਤੇ ਬੜੇ ਥੋੜ੍ਹੇ ਲੋਕ ਉਸ ਦਿਨ ਬਾਹਰ ਸੀ ਸਾਰੇ। ਤੇ ਜਦੋਂ ਅਸੀਂ ਮੱਥਾ ਟੇਕਣ ਜਾਂਦੇ ਹਾਂ, ਅਸੀਂ ਦੁਪਹਿਰ ਦੇ ਨੇੜੇ ਜੇ ਗਏ ਸੀਗੇ ਤੇ ਬੜੇ ਬੱਚੇ ਉੱਥੇ ਫਿਰਦੇ ਸੀਗੇ, ਬਹੁਤ ਲੋਕ ਆਏ ਸੀ। ਹੁਣ ਮੇਰੇ ਹਜੇ ਤੱਕ ਯਾਦ ਹੈ ਵੀ ਜਦੋਂ ਅਸੀਂ ਜੁੱਤੇ ਉੱਥੇ ਉਤਾਰ ਕੇ ਜਾ ਰਹੇ ਸੀਗੇ ਜੋੜਾ ਘਰ 'ਚੋਂ ਤੇ ਉੱਥੇ ਮੈਨੂੰ ਲੇਡੀਜ਼ ਖੜੀਆਂ ਮਿਲੀਆਂ ਜਦੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿਲ ਕੇ ਵਾਪਸ ਆਏ ਸੀ। ਅਕਾਲ ਤਖ਼ਤ 'ਤੇ ਮਿਲ ਕੇ ਆਏ ਅਸੀਂ। ਉਹਦੀ ਮੈਂ ਕਹਾਣੀ ਤੁਹਾਨੂੰ ਦੱਸਦਾ। ਉਦੋਂ ਪਿੱਛੋਂ ਉਹ ਮੈਨੂੰ ਕਹਿਣ ਲੱਗੀਆਂ ਲੇਡੀਜ਼, ਕਹਿੰਦੀ ਅਸੀਂ ਤਾਂ ਪਿੰਡ ਜਾਣਾ ਸੀ, ਕਹਿੰਦੇ ਬੱਸਾਂ ਬੰਦ ਹੋ ਗਈਆਂ, ਕਰਫਿਊ ਲੱਗ ਗਿਆ ਸੀ, ਕਰਫਿਊ ਵਿੱਚ ਦਿਨੇ ਹੀ ਲੱਗ ਗਿਆ ਸੀ 3 ਤਰੀਕ ਨੂੰ, ਤੇ ਕਰਫਿਊ ਦੇ ਕਹਿੰਦੀ ਪਤਾ ਲੱਗਿਆ ਕਰਫਿਊ ਲੱਗ ਗਿਆ ਸੀ, ਕਿਵੇਂ ਜਾਈਏ? ਹੁਣ ਸਾਨੂੰ ਵੀ ਉਸ ਵੇਲੇ ਦੀ ਟ੍ਰੈਜਡੀ ਦਾ ਵੀ ਕਿੱਡੀ ਕੁ ਵੱਡੀ ਦੁਖਾਂਤ ਹੋਊਗਾ, ਸਾਨੂੰ ਉਹਦਾ ਕੋਈ ਪੂਰਾ ਅਹਿਸਾਸ ਨਹੀਂ ਸੀਗਾ। ਤੇ ਮੈਂ ਕਿਹਾ ਵੀ ਬਸ ਤੁਸੀਂ ਜਾਓ, ਹਜੇ ਤਾਂ ਦਿਨ ਖੜ੍ਹਾ, ਬਾਹਰ ਜਾਓ। ਕਹਿੰਦੀ ਪਤਾ ਲੱਗਿਆ ਵੀ ਕਰਫਿਊ ਲੱਗ ਗਿਆ। ਅੱਛਾ, ਮੈਨੂੰ ਪਤਾ ਸੀ ਵੀ ਥੋੜ੍ਹੀ ਜਿਹੀ ਢਿੱਲ ਦੇਣੀ ਹੈ, ਪ੍ਰੈਸ ਵਾਲਿਆਂ ਨੂੰ ਪਤਾ ਹੁੰਦਾ। ਤੇ ਮੈਂ ਆਖਿਆ ਵੀ ਕਰਫਿਊ 'ਚ ਢਿੱਲ ਦੇਣ ਵਾਲੀ ਹੈ, ਘੰਟੇ ਕੁ ਤੱਕ ਤੁਸੀਂ ਚਲੇ ਜਾਓ। 3-3:30 ਦਾ ਟਾਈਮ ਸੀ। ਉਹ ਕਹਿੰਦੀ ਉਦੋਂ ਬਾਅਦ ਸਾਡੇ ਪਿੰਡ ਦੀਆਂ ਬੱਸਾਂ ਬੰਦ ਹੋ ਜਾਣਗੀਆਂ, ਉਦੋਂ ਬੱਸਾਂ ਹੀ ਲੇਟ ਜਾਂ ਬੰਦ ਹੋ ਜਾਂਦੀਆਂ। ਤੇ ਫਿਰ ਮੈਂ ਚੁੱਪ ਹੋ ਗਿਆ ਉਹਦੇ ਵਿੱਚੋਂ। ਪਰ ਉਹ ਬੱਚੇ ਛੋਟੇ ਲੇਡੀਜ਼ ਸਾਰੀਆਂ ਸੀ, ਤੇ ਮੈਨੂੰ ਹਜੇ ਤੱਕ ਵੀ ਉਹ ਯਾਦ ਹੈ ਸੀਨ ਵੀ ਉਹਨਾਂ 'ਚੋਂ ਕਿੰਨੀਆਂ ਵਿਚਾਰੀਆਂ ਮਾਰੀਆਂ ਗਈਆਂ ਹੋਣੀਆਂ, ਕੋਈ ਬਚੀ ਰਾਤ ਉੱਥੇ ਟਿਕ ਗਈ, ਕਿਉਂਕਿ ਰਾਤ ਟਿਕਣਾ ਪਿਆ ਉੱਥੇ, ਰਾਤ ਨੂੰ ਟਿਕਣਾ ਪਿਆ। ਅਸੀਂ ਉਦੋਂ ਪਹਿਲਾਂ ਸਾਰੇ 5 ਜਾਣੇ ਪ੍ਰੈਸ ਵਾਲੇ, ਲੋਕਲ ਪ੍ਰੈਸ ਵਾਲੇ, PTI ਦਾ ਗੁਰਦੀਪ ਸਿੰਘ, ਟ੍ਰਿਬਿਊਨ ਦਾ PPS ਗਿੱਲ ਤੇ ਹਰਵੀਰ ਪੰਮਰ ਤੇ ਮੈਂ ਤੇ ਮਹਿੰਦਰ ਸਿੰਘ ਅਕਾਲੀ ਪੱਤਰ, ਅਸੀਂ ਸਾਰੇ ਇਕੱਠੇ ਹੋ ਕੇ ਸੰਤ ਕੋਲੇ ਗਏ।
ਸੰਤ ਦੇ ਸਾਰੇ ਸਾਨੂੰ ਬੰਦੇ ਜਾਣਦੇ ਸੀ, ਰੋਜ਼ ਅਸੀਂ ਕਵਰ ਕਰਦੇ ਸੀ। ਅਸੀਂ ਬੜੀਆਂ ਭੀੜੀਆਂ ਜਿਹੀਆਂ ਪੌੜੀਆਂ ਸੀ, ਅਸੀਂ ਚੜ੍ਹ ਕੇ ਸਾਰੇ ਪੌੜੀਆਂ ਤੱਕ ਰੱਸਾ ਫੜ ਕੇ, ਰੱਸਾ ਲੱਗਿਆ ਹੁੰਦਾ ਸੀ, ਇੱਕ ਸੰਤ ਕੋਲੇ ਗਏ, ਸੰਤ ਬੈਠਾ ਸੀਗਾ, ਸੰਤ ਦੇ ਆਲੇ ਦੁਆਲੇ ਥੋੜ੍ਹੇ ਜਿਹੇ ਲੋਕ ਬੈਠੇ ਸੀ ਸਾਰੇ, ਤੇ ਬੰਦੂਕਾਂ ਫੜੀ ਬੈਠੇ ਸੀ ਸਾਰੇ ਗਨ, ਤੇ ਅਸੀਂ ਉਹਨਾਂ ਨੂੰ ਪਛਾਣਦੇ ਵੀ ਸੀ ਸਾਰਿਆਂ ਨੂੰ, ਕੋਈ ਰੋਜ਼ ਜਾਣ ਕਰਕੇ। ਤੇ ਸੰਤ ਦੇ ਸਿਰ ਤੇ ਪਟਕਾ ਬੰਨਿਆ ਸੀ ਪੀਲਾ, ਤੇ ਉਹਦੇ ਫਤੂਈ ਪਾਈ ਸੀ ਤੇ ਕਸ਼ਹਿਰਾ ਪਾਇਆ ਸੀ। ਬਿਜਲੀ ਬੰਦ ਹੋ ਗਈ ਸੀ 3 ਤਰੀਕ ਨੂੰ, ਅੱਛਾ ਬਿਜਲੀ ਬੰਦ ਸੀਗੀ ਸਾਰੀ, ਤੇ ਬੜੀ ਗਰਮੀ ਸੀ, ਸਾਰੀ ਗਰਮੀ ਬਹੁਤ ਸੀ। ਅਸੀਂ ਗਏ ਤਾਂ ਹੁਣ ਉੱਥੇ ਬੋਲ ਕਿਸੇ ਨੇ ਕੀ ਸਕਣਾ ਸੀ, ਸਾਰੇ ਅਸੀਂ ਥੱਲੇ ਬੈਠੇ ਸੀ, ਦਰੀ ਜੀ ਵਿਛੀ ਸੀ, ਉਹਦੇ ਤੇ ਬੈਠੇ ਸੀ ਸਾਰੇ, ਤੇ ਛੋਟਾ ਜਿਹਾ ਕਮਰਾ ਸੀ। ਜਦੋਂ ਅਸੀਂ ਨਾ ਬੋਲੇ ਤਾਂ ਸੰਤ ਨੇ ਸ਼ੁਰੂ ਕੀਤੀ ਵੀ ਹੁਣ ਤਾਂ ਅਸੀਂ ਤਾਂ ਸ਼ਹੀਦੀਆਂ ਪਾਉਣ ਜਾ ਰਹੇ ਹਾਂ, ਹੁਣ ਤਾਂ ਸਾਡਾ ਤਾਂ ਅਸੀਂ ਤਾਂ ਕਰ ਲਿਆ। ਸਾਡੇ ਚੋਂ ਕਈਆਂ ਨੇ ਸਵਾਲ ਜਵਾਬ ਜਾਂ ਨਿੱਕੇ ਮੋਟੇ, ਹਰਵੀਰ ਭੰਮਰ ਨੇ ਕੁਛ ਸ਼ੁਰੂ ਕੀਤੀ, ਉਹ ਕਹਿੰਦਾ ਜੀ ਵੀ ਇਹ ਤਾਂ ਆਹ ਕਰ ਰਹੇ ਆ ਜਿਹੜੇ RSS ਵਾਲੇ ਆ ਫਲਾਣੇ, ਪਰ ਉਹ ਸੰਤ ਕਹਿੰਦਾ ਵੀ ਹੁਣ ਤਾਂ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਹੁਣ ਤਾਂ ਅਸੀਂ ਤਾਂ ਸਾਡੇ ਨਹੀਂ। ਫਿਰ ਸਾਡੇ ਸਾਹਮਣੇ ਹੀ ਉਹ ਜਿਹੜੇ ਨਾਲ ਬੈਠੇ ਸੀ ਸਿੰਘ ਸਾਹਮਣੇ ਉਹਦੇ, ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਉਹਨੇ ਵੀ ਵੇਖੋ ਲੜ ਕੇ ਹੀ ਮਰਨਾ, ਆਪਾਂ ਸ਼ਹੀਦੀਆਂ ਹੀ ਪਾਉਣੀਆਂ, ਤੇ ਜੇ ਤੁਸੀਂ ਫੇਰ ਵੀ ਬਚਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਨਾਲ ਕਬੂਤਰ ਵਾਲੀ ਹੋਊਗੀ, ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲੈਂਦਾ, ਤੇ ਅੱਖਾਂ ਉਹਨੂੰ ਭੁਲੇਖਾ ਹੁੰਦਾ ਵੀ ਬਿੱਲੀ ਲੰਘ ਜੂਗੀ, ਤੇ ਬਿੱਲੀ ਨੇ ਤਾਂ ਆ ਕੇ ਉਹਦੀ ਧੌਣ ਫੜਨੀ ਹੁੰਦੀ ਹੈ। ਤੁਸੀਂ ਭਾਵੇਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰੋ, ਭਾਵੇਂ ਲੜਨ ਦੀ ਕਰੋ, ਤੁਹਾਨੂੰ ਤਾਂ ਸ਼ਹੀਦੀ ਪਾਉਣੀ ਪਊ, ਬਾਹਰ ਜਾ ਕੇ ਪਾ ਲਓ, ਇੱਥੇ ਪਾ ਲਓ, ਇੱਥੇ ਸ਼ਹੀਦੀਆਂ ਪਾਉਣੀਆਂ ਪੈਣੀਆਂ। ਤੇ ਫਿਰ ਸਾਡੀ ਕੋਈ ਬਹੁਤੀ ਗੱਲ ਨਹੀਂ ਹੋਈ, ਪਰ ਅਸੀਂ ਉਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੀ ਉੱਥੇ ਮੌਤ, ਬੜਾ ਗਮਗੀਨ ਮਾਹੌਲ, ਤੇ ਉਸ ਕਿਸਮ ਦਾ ਮੰਡਰਾ ਰਿਹਾ ਸੀ ਆਲੇ ਦੁਆਲੇ, ਸਭ ਚੁੱਪ ਸੀ, ਸਭ ਅੱਖਾਂ ਵਿੱਚ ਦੀ ਦੇਖ ਰਹੇ ਸੀ ਇੱਕ ਹੋਰ ਚਰਚਾ ਜੀ, ਜੇ ਸੰਤ ਜਰਨੈਲ ਸਿੰਘ ਬਾਹਰ ਆ ਜਾਂਦੇ ਜੀ 1 ਤਰੀਕ ਨੂੰ ਦਰਬਾਰ ਸਾਹਿਬ ਤੇ, ਕਹਿੰਦੇ ਕਿ ਹਮਲਾ ਨੁਕਸਾਨ ਨਾ ਹੁੰਦਾ। ਨਹੀਂ, ਉਹ ਜਿਹੜਾ ਹੈਗਾ ਨਾ ਨੁਕਸਾਨ ਨਾ ਹੁੰਦਾ ਦਰਬਾਰ ਸਾਹਿਬ ਦਾ, ਉਹਦੇ 'ਚ ਇਹ ਹੈ ਵੀ ਦਰਬਾਰ ਸਾਹਿਬ ਦੇ ਵਿੱਚ ਇੱਕ ਟਰਡੀਸ਼ਨ ਹੈ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਸੀ, ਤੇ ਅੰਦਰ 30 ਸਿੰਘ ਸੀ, ਬਾਬਾ ਗੁਰਬਖਸ਼ ਸਿੰਘ ਉਹਨਾਂ ਦਾ ਲੀਡਰ ਸੀਗਾ, ਤੇ ਉਹਦੇ ਕੋਲੇ ਕੋਈ ਜਾਂਦੇ 10,000 ਬੰਦੇ ਨੇ ਘੇਰਿਆ ਸੀ। 10,000 ਨਾ ਵੀ ਕਰੋ, ਉਸ ਵੇਲੇ ਪਾਪੂਲੇਸ਼ਨ ਹੋਵੇ, ਵਧਾਇਆ ਚੜਾਇਆ ਗੱਲ ਹੋਵੇ, ਅਸੀਂ ਕਹਿੰਦੇ ਵੀ 2,000 ਬੰਦੇ ਨੇ ਘੇਰਿਆ ਵਾ ਸੀ ਦਰਬਾਰ ਸਾਹਿਬ ਨੂੰ, ਇੰਨੀ ਕੁ ਫੌਜ ਨੇ ਘੇਰਿਆ ਹੋਊ। ਉਹਨਾਂ ਨੇ ਅਨਾਊਂਸਮੈਂਟ ਵੀ ਕੀਤੀ, ਉਹ ਕਹਿੰਦੇ ਨਹੀਂ ਅਸੀਂ ਸ਼ਹੀਦੀਆਂ ਪਾ ਕੇ ਅਸੀਂ ਲੜ ਕੇ ਆਵਾਂਗੇ, ਤੇ ਇਸ ਕਰਕੇ ਉਹ ਬਾਬੇ ਦੀ ਯਾਦਗਾਰ ਵੀ ਬਣੀ ਵੀ ਹੈ ਬਾਬਾ ਗੁਰਬਖਸ਼ ਸਿੰਘ ਦੀ ਉੱਥੇ। ਪੰਜਾਬ ਦੇ ਵਿੱਚ ਇੱਕ ਟਰਡੀਸ਼ਨ ਹੈ, ਸਿੱਖ ਧਰਮ ਦੀ ਇੱਕ ਟਰਡੀਸ਼ਨ ਹੈ ਵੀ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬੰਦੇ ਆ, ਉਹ ਉਹਨਾਂ ਨੇ ਲੜਾਈ ਕਰਨੀ ਆ, ਉਹਨਾਂ ਨੇ ਕਬਜ਼ਾ ਅਦਰਵਾਈਜ਼ ਕਰ ਨਹੀਂ ਦੇਣਾ। ਸਿੱਖ ਟਰਡੀਸ਼ਨ ਦਾ ਮਸਲਾ ਹੈ, ਤੇ ਇਸ ਕਰਕੇ ਇਹ ਹੈਗੀ ਆ ਟਰਡੀਸ਼ਨ ਅਕਾਲ ਤਖਤ ਦੀ, ਤੇ ਉਸ ਟਰਡੀਸ਼ਨ 'ਚ ਸੰਤ ਕਿਵੇਂ ਭੱਜ ਸਕਦੇ? ਫਿਰ ਸੰਤ ਹੀ ਨਹੀਂ ਸੀ ਰਹਿਣਾ। ਫਿਰ ਤਾਂ ਕੋਈ ਜਿਵੇਂ ਸੰਤ ਲੌਂਗੋਵਾਲ ਬਣ ਗਿਆ ਸੀ, ਫਿਰ ਉਹ ਬਣ ਜਾਣਾ ਸੀਗਾ ਸਾਰਾ। ਇਸ ਕਰਕੇ ਉਹ ਨਹੀਂ ਸੀ ਬਾਹਰ ਆਉਣਾ। ਉਹ ਸੰਤ ਧਰਮ ਲੈਵਲ ਤੇ ਆਮ ਬੰਦਾ ਨਹੀਂ ਬਾਹਰ ਆ ਸਕਦਾ, ਸਿਰਫ ਉਹ ਆ ਸਕਦਾ ਜਿਹੜਾ ਬਹੁਤ ਹੀ ਲਾਲਚੀ। ਇਸੇ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਇੱਕ ਧਾਰਮਿਕ ਨੇਤਾ ਦੇ ਤੌਰ ਤੇ ਸਫਲ ਹੋਏ ਨੇ, ਇੱਕ ਪੋਲੀਟੀਸ਼ੀਅਨ ਦੇ ਤੌਰ ਤੇ ਕਹਿੰਦੇ ਫੇਲ ਹੋਏ ਨੇ। ਨਹੀਂ, ਪੋਲੀਟੀਸ਼ੀਅਨ ਦੇ ਲੈਵਲ ਤੇ ਫੇਲ ਨਹੀਂ ਹੋਣੇ, ਪੋਲੀਟਿਕਸ ਹੈ ਹੀ ਨਹੀਂ ਸੀ। ਪੋਲੀਟਿਕਸ ਤਾਂ ਅਕਾਲੀ ਚਲਾ ਰਹੇ ਸੀ, ਡਿਕਟੇਟਰ ਹੀ ਅਕਾਲੀ ਦਲ ਸੀਗਾ, ਉਹ ਤਾਂ ਹੈ ਹੀ ਨਹੀਂ ਸੀ। ਪੋਲੀਟੀਸ਼ੀਅਨ ਦੇ ਲੈਵਲ ਤੇ ਤਾਂ ਕਹੋ ਵੀ ਜੇ ਉਹਨੇ ਇੱਕ ਵਾਰ ਵੀ ਦਿੱਲੀ ਨਾਲ ਸਮਝੌਤਾ ਕਰਨ ਗਿਆ ਹੋਵੇ। ਜੇ ਕਿਤੇ 26 ਮੀਟਿੰਗਾਂ ਹੋਈਆਂ ਤਾਂ ਅਕਾਲੀਆਂ ਦੀਆਂ ਹੋਈਆਂ ਦਿੱਲੀ ਵਾਲਿਆਂ ਨਾਲ, ਇਸ ਕਰਕੇ ਉਹ ਪੋਲੀਟਿਕਸ ਤਾਂ ਉਹਨੇ ਕੀਤੀ ਨਹੀਂ। ਤੇ ਉਹ ਤਾਂ ਲੋਕ ਹੀ ਸਾਰੇ ਸਮਝ ਲਾਂਗੇ ਵੀ, ਸਮਝਣ ਲੱਗ ਗਏ ਵੀ ਅਕਾਲੀ ਦਲ ਵਿੱਚੋਂ ਭੱਜ ਜਾਂਦੇ ਹੁੰਦੇ ਆ ਮੋਰਚਾ ਛੱਡ ਕੇ। ਸੰਤ ਕਹਿਣ ਲੱਗ ਗਿਆ ਵੀ ਐਤਕੀ ਨਹੀਂ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ, ਮੋਰਚਾ ਛੱਡ ਕੇ ਨਹੀਂ ਭੱਜਾਂਗੇ ਵਿਚਾਲੇ। ਤੇ ਫਿਰ 3 ਤਰੀਕ ਨੂੰ ਕਿੰਨਾ ਕੀ ਨੁਕਸਾਨ ਹੁੰਦਾ? ਤੇ 3 ਤਰੀਕ ਨੂੰ ਤਾਂ ਫਿਰ ਇਹ ਕੀ ਹੋਇਆ ਵੀ ਸਾਨੂੰ ਜਦੋਂ ਬਾਹਰ ਆ ਗਏ ਤਾਂ ਅਸੀਂ ਹਜੇ ਕੋਈ ਰਹਿ ਨਹੀਂ ਸਕਦੇ ਸੀ, ਕਰਫਿਊ ਸਾਨੂੰ ਪਤਾ ਸੀ, ਕਰਫਿਊ ਫਾਸ ਵਾਲੇ ਅਸੀਂ ਸਾਰੇ ਬਾਹਰ ਆ ਗਏ, ਪੱਤਰਕਾਰ ਆ ਗਏ, ਤੇ ਬਸ ਫਿਰ ਉਸੇ ਰਾਤ ਨੂੰ, ਫਿਰ 3 ਤਰੀਕ ਦੀ ਰਾਤ ਨੂੰ, 3 ਤੇ 4 ਦੀ ਰਾਤ ਜਿਹੜੀ ਆ ਗਈ ਹੈ, ਉਸੇ ਨੂੰ ਹਮਲਾ ਹੁੰਦਾ। ਸੋ ਅਸਲ ਵਿੱਚ ਤਾਂ ਆਲੇ ਦੁਆਲੇ ਕਰਫਿਊ ਹੋ ਗਿਆ ਸੀ ਸਾਰਾ। ਕਰਫਿਊ ਇਕੱਲੇ ਅੰਮ੍ਰਿਤਸਰ 'ਚ ਨਹੀਂ ਹੋਇਆ, ਸਾਰੇ ਪੰਜਾਬ 'ਚ ਹੋ ਗਿਆ ਸੀ ਸਾਰਾ ਕਰਫਿਊ। ਉੱਥੇ ਫਿਰ ਕੀ ਹੋਇਆ ਵੀ ਹਮਲਾ ਤਾਂ ਸਵੇਰ ਦੇ ਅਰਲੀ ਮਾਰਨਿੰਗ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ, 12 ਵਜੇ ਤੋਂ ਬਾਅਦ, 3-4 ਦੀ ਦਰਮਿਆਨੀ ਰਾਤ ਦੇ ਵਿੱਚ 3-4 ਵਜੇ ਤੋਂ ਉਹ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਦੋਂ ਫਿਰ ਪਤਾ ਲੱਗ ਗਿਆ ਸੀ ਸਾਰਾ ਕੁਛ, ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇੱਥੇ ਇਹ ਵੀ ਆਉਂਦਾ ਵੀ ਸੰਤ ਨੂੰ ਕਿਸੇ ਨੇ ਕਿਹਾ ਆ ਕੇ, ਕੁਛ ਬੰਦਿਆਂ ਨੇ ਵੀ ਤੂੰ ਖਾਲਿਸਤਾਨ ਅਨਾਊਂਸ ਕਰ। ਸੰਤ ਕਹਿੰਦਾ ਵੀ ਇਹ ਤੁਸੀਂ ਜਾ ਕੇ ਸੰਤ ਲੌਂਗੋਵਾਲ ਤੋਂ ਕਰਵਾਓ।
ਮਤਲਬ ਕਦੇ ਹਾਂ। ਭਿੰਡਰਾਂਵਾਲੇ ਸਾਹਿਬ ਦੇ ਮੂੰਹ ਸਾਨੂੰ ਖਾਲਿਸਤਾਨ ਦਾ ਸ਼ਬਦ ਨਹੀਂ ਆਇਆ। ਖਾਲਿਸਤਾਨ ਨਹੀਂ ਉਹਨੇ ਅੱਜ ਤੱਕ ਕਿਹਾ ਸ਼ਬਦ। ਇਹ ਤਾਂ ਅਸੀਂ ਮਗਰੋਂ ਇਹ ਅੰਦਾਜ਼ਾ ਲਾਉਣਾ ਵੀ ਉਹਨੇ ਕਿਹਾ ਸੀ ਵੀ ਜੇ ਇੱਥੇ ਦਰਬਾਰ ਸਾਹਿਬ ਤੇ ਹਮਲਾ ਕਰੋਗੇ, ਫੌਜ ਕਰੂਗੀ ਤਾਂ ਇੱਥੇ ਨਹੀਂ ਰੱਖੀ ਜਾਊ। ਇਹ ਤਾਂ ਅਸੀਂ ਉਹਦੇ ਚੋਂ ਉਹਦੇ ਇੰਟਰਪ੍ਰੀਟੇਸ਼ਨ ਹੈ, ਉਹਦਾ ਵਿਆਖਿਆ ਕਰਦੇ ਆ। ਸੰਤ ਨੇ ਅੱਜ ਤੱਕ ਨਹੀਂ ਕਦੇ ਕਿਹਾ। ਤੇ ਜਿਹੜਾ ਡਾਕਟਰ ਸੋਹਣ ਸਿੰਘ ਆ ਤੇ ਸਾਡੇ ਸਾਹਮਣੇ ਉਹ ਕਹਿੰਦਾ ਰਿਹਾ ਸੰਤ ਜੀ ਇੱਕ ਵਾਰੀ ਆਪਦੇ ਮੁਖਾਰਬਿੰਦ ਤੋਂ ਤੁਸੀਂ ਖਾਲਿਸਤਾਨ ਤੱਕ ਕਹੋ। ਉਹ ਕਹਿੰਦਾ ਸੰਤ ਕਹਿ ਹੱਥ ਛੱਡਦਾ ਸੀ ਵੀ ਯਾਰ ਤੂੰ ਵੱਡਾ ਬੰਦਾ। ਪੰਥਕ ਕਮੇਟੀ ਵਾਲੇ ਨਹੀਂ, ਪੰਥਕ ਕਮੇਟੀ ਦਾ ਬਾਅਦ ਚ ਬਣਿਆ, ਉਸ ਵੇਲੇ ਮੋਰਚਾ ਚੱਲਣ ਵੇਲੇ। ਇਸ ਕਰਕੇ ਸੰਤ ਨੇ ਕਦੇ ਖਾਲਿਸਤਾਨ ਨਹੀਂ ਕਿਹਾ। ਤੇ ਉਹ ਫਿਰ ਸਵੇਰ ਵੇਲੇ ਦੀ ਲੜਾਈ ਸ਼ੁਰੂ ਹੋ ਗਈ ਸੀ। ਉਸ ਦਿਨ ਗੋਲੀਆਂ ਚੱਲਦੀਆਂ ਰਹੀਆਂ ਸਾਰੀਆਂ। ਪਰ ਅਸੀਂ ਇਹ ਕਹਿ ਸਕਦੇ ਹਾਂ 4 ਤਰੀਕ ਨੂੰ, 3 ਤੇ 4 ਤਰੀਕ ਨੂੰ, 4 ਤਰੀਕ ਨੂੰ ਇਹ ਹੋਇਆ ਵੀ ਉਹ ਜਿਹੜੇ ਮੋਰਚੇ ਸੀ ਛੋਟੇ ਛੋਟੇ ਲੱਗੇ ਵੇ ਪਾਸੇ ਆਸੇ ਫੈਡਰੇਸ਼ਨ ਦੇ ਲਾਏ ਸੀ ਸਾਰੇ, ਉਹ ਸ਼ਾਮ ਤੱਕ ਟੁੱਟ ਗਏ, ਕਲੀਅਰ ਹੋ ਗਏ ਸੀ। ਤੇ ਆਰਮੀ ਦਾ ਵੱਡਾ ਅਟੈਕ ਸੀ। ਉਦੋਂ ਪਿੱਛੋਂ 4 ਤਰੀਕ ਦੇ ਪਿੱਛੋਂ ਇਹ ਸਾਰਾ ਕੁਝ ਸ਼ਾਮ ਨੂੰ ਇਹ ਹੋਇਆ ਵੀ ਹੁਣ ਤਾਂ ਸਾਨੂੰ ਪਹਿਲਾਂ ਤਾਂ ਇਹ ਸੀਗਾ ਸਾਰਾ ਕੁਝ ਜਿਹੜਾ ਹੁਣ ਕਿਤਾਬਾਂ 'ਚ ਲਿਖ ਵੀ ਚੁੱਕੇ ਆ ਸਾਰਾ, ਵੀ KS ਬਰਾੜ ਨੂੰ ਇਹ ਸੀ, ਜਨਰਲ ਬਰਾੜ ਨੂੰ, ਵੀ ਜਦੋਂ ਸਾਡੀ ਫੌਜ ਜਾਊਗੀ ਆਲੇ ਦੁਆਲੇ ਤੇ ਇਹ ਸਾਰੇ ਬੰਦੇ ਜਦੋਂ ਗੜਗੜ ਹੋਈ ਇਹਨਾਂ ਦੀ ਟੈਂਕਾਂ ਦੀ, ਤੇ ਇਹ ਸਾਰੇ ਬੰਦੇ ਚੂਹਿਆਂ ਵਾਂਗੂ ਆਪਦੇ ਖੁੱਡਾਂ 'ਚੋਂ ਬਾਹਰ ਆ ਜਾਣਗੇ। ਤੇ ਇਸ ਕਿਸਮ ਦੀਆਂ ਉਹਦਾ ਸੀਗਾ ਸਾਰਾ ਵੀ ਆਪਦੀ ਬਿੱਲ 'ਚੋਂ ਇਹ ਚੂਹਾ ਬਾਹਰ, ਤੇ ਇਸ ਕਿਸਮ ਦਾ ਬਾਹਰ ਆ ਜਾਣਗੇ। ਤੇ ਉਹ ਬਾਹਰ ਆਏ ਨਹੀਂ ਗੇ। ਉਦੋਂ ਪਿੱਛੋਂ ਫਿਰ 4 ਦਾ ਦਿਨ ਇਹ ਛੋਟੇ ਛੋਟੇ ਪਾਸੇ ਆਸੇ ਨੂੰ ਕਲੀਅਰ ਕਰਦੇ ਰਹੇ ਤੇ ਲੜਾਈ ਨਹੀਂ 4 ਨੂੰ ਹੋਈ ਸੀ। ਅੱਛਾ ਕੋਰ ਦਰਬਾਰ ਸਾਹਿਬ ਤੇ ਹੋ ਗਿਆ, ਹਮਲਾ ਕਰ ਲਿਆ ਜੀ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, BJP ਨੇ ਪੁਸ਼ਅਪ ਕੀਤਾ, ਹਿੰਦੂ ਸ਼ਕਤੀਆਂ ਨੇ ਪੁਸ਼ਅਪ ਕੀਤਾ ਹੈਗਾ, ਦਹਿਸ਼ਤਗਰਦ ਕਹਿੰਦੇ ਰਹੇ, ਖਾਲਿਸਤਾਨ ਕਹਿੰਦੇ ਰਹੇ ਨੇ। ਦੁੱਖ ਨਿਵਾਰਨ ਪਟਿਆਲੇ, ਮਸਤੂਆਣੇ ਗੁਰਦੁਆਰੇ, ਗੰਗਾ ਨਗਰ ਗੁਰਦੁਆਰੇ, ਜਿਹੜੇ ਬਰਾਬਰ 10-12 ਗੁਰਦੁਆਰਿਆਂ 'ਤੇ ਹਮਲਾ, ਉਹ ਕੀ ਵਜ੍ਹਾ ਰਹੀ? ਤਾਂ ਇਸੇ ਕਰਕੇ ਕਹਿੰਦੇ ਆ ਵੀ ਇਹ ਟੋਟਲ ਸਿੱਖ ਕਮਿਊਨਿਟੀ ਤੇ ਹਮਲਾ ਸੀ, ਸਿੱਖ ਭਾਈਚਾਰੇ ਤੇ ਹਮਲਾ ਸੀ। ਸਿੱਖ ਜੇ ਕੋਈ ਧਾਰਮਿਕ ਸ਼ਬਦਾਂ 'ਚ ਕਹੂ ਸਿੱਖ ਪੰਥ ਤੇ ਹਮਲਾ ਸੀ, ਜਾਂ ਸਮੁੱਚੀ ਸਿੱਖ ਅੱਜ ਕੋਈ ਜ਼ਿਆਦਾ ਕੌਮ ਕਹਿੰਦਾ ਕੌਮ ਤੇ ਹਮਲਾ ਕਹਿ ਦਿਓ। ਸਵਾਲ ਇਹ ਆ ਵੀ 38 ਗੁਰਦੁਆਰਿਆਂ ਤੇ ਹਮਲੇ ਹੋਏ, 38 ਗੁਰਦੁਆਰਿਆਂ ਤੇ ਹੋਏ ਜਿੱਥੇ ਸੰਤ ਭਿੰਡਰਾਂਵਾਲਾ ਨਹੀਂ ਸੀ ਉੱਥੇ ਹੋਏ। 38 ਇਕੱਠੇ ਹੋਏ ਆ, ਸਾਰੇ ਪੰਜਾਬ ਨੂੰ ਤਸੀਲ ਕਰ ਦਿੱਤਾ ਗਿਆ, ਲੋਕਾਂ ਨੂੰ ਖੇਤਾਂ 'ਚ ਨਹੀਂ ਜਾਣ ਦਿੱਤਾ ਗਿਆ। ਇਹ ਕਦੇ ਵੀ ਨਹੀਂ ਹੋਇਆ ਵੀ ਤੁਸੀਂ 50,000 ਮੀਲ ਏਰੀਏ ਨੂੰ, ਸਾਰੇ ਨੂੰ, ਸਕੁਅਰ ਮੀਲ ਨੂੰ ਤੁਸੀਂ ਇਸ ਤਰੀਕੇ ਨਾਲ ਕਰ ਲਓ। ਇਹ ਦੁਨੀਆ 'ਚ ਪਹਿਲੀ ਵਾਰੀ ਹੋਇਆ ਵੀ ਐਡਾ ਵੱਡਾ ਕਰਫਿਊ ਜਿਹੜਾ ਲੱਗ ਗਿਆ ਤੇ ਲੋਕ ਆਉਣੇ ਵੀ ਸ਼ੁਰੂ ਹੋ ਗਏ ਸੀ ਪਾਸੇ ਆਸਿਓਂ, ਪਰ ਉਹਨਾਂ ਨੇ ਬੈਰੀਅਰ ਲਾ ਕੇ ਰੋਕੀ ਰੱਖੀ। ਤੁਹਾਨੂੰ 5-6 ਜੂਨ ਨੂੰ ਕੀ ਆ ਉਹ ਤੁਹਾਡੇ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ। 5 ਔਰ 6 ਨੂੰ ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਦੋਂ ਸ਼ਹੀਦੀ ਪ੍ਰਾਪਤ ਕਰਦੇ ਨੇ, ਜਨਰਲ ਸੁਬੇਗ ਸਿੰਘ ਕਦੋਂ ਸ਼ਹੀਦੀ ਪ੍ਰਾਪਤ ਕਰਦੇ ਨੇ, ਤੇ ਨਾਲ ਦੇ ਨਾਲ ਜਿਹੜੇ ਆਰਮੀ ਵਾਲੇ ਸੀ ਉਹ ਜਵਾਨ ਕਿੰਨੇ ਉੱਥੇ ਸ਼ਹੀਦ ਹੋਏ ਨੇ। ਇਹ ਵੀ ਗੱਲਬਾਤ ਸਾਡੀ ਜਾਰੀ ਰਹੇਗੀ ਕਿ ਕੁੱਲ ਕਿੰਨੀ ਕੈਜੁਅਲਟੀ ਹੋਈ ਆ ਤੇ ਉਹਦਾ ਹੱਲ ਕੀ ਨਿਕਲ ਸਕਦਾ ਸੀ, ਕੀ ਵਜ੍ਹਾ ਰਹੀ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ।